ਦਰਸ਼ਨਪਾਲ जुड़े ने साडे नाल, क्रांतिकारी किसान यूनियन के प्रेजिडेंट ने। डॉक्टर साहब बहुत बहुत स्वागत है। MSP उम्मीद है तुहाडे कोले इस संबंधी कमेटी की जानकारी पहुंची होएगी। बहुत सारे नाम ने, काफ़ी लंबा चौड़ा जो नोटिफिकेशन है जारी किया गया, 5 पेजों का नोटिफिकेशन है। किस तरीके नाल देखते हो सर? तो कमेटी MSP ਲਈ नहीं है कली जी, एक कमेटी बहुत जीरो बजट वास्ते, नैचुरल फार्मिंग वास्ते ते ਉਹਦੇ ਚ MSP वास्ते भी ਉਹਨੂੰ मोर इफेक्टिव किवें बनाया जाए, ट्रांसपेरेंट किवें बनाया जाए जी। ਇਹ मतलब कि एक तरह की गोलमोल जी गल है जो असल च मोदी साहब ने 19 नवंबर ਨੂੰ जो भाषण दिता सी जी, ਉਹਦੇ ਚ ਤਾਂ ਹੀ ਉਹਨਾਂ ਨੇ MSP ਤੇ ਐਕਸਕਲੂਸਿਵਲੀ ਕਮੇਟੀ ਸਾਡੀ ਨਹੀਂ ਸੀ ਬਣਾਈ। नंबर 1 जी, नंबर 2 MSP ਦੇ ਉੱਤੇ ਕੋਈ ਲੀਗਲ ਰਾਈਟ ਦੇਣ ਵਾਸਤੇ ਕਮੇਟੀ ਨਹੀਂ ਹੈ। ਇਹ ਕਮੇਟੀ ਤਾਂ ਹੈ ਕਿ MSP ਨੂੰ ਇਫੈਕਟਿਵ ਤੇ ਟ੍ਰਾਂਸਪੇਰੈਂਟ ਕਿਵੇਂ ਬਣਾਇਆ ਜਾਵੇ। ਨੰਬਰ 2 ਨੰਬਰ 3 ਕਮੇਟੀ ਦੇ ਵਿੱਚ ਜਿਹੜੇ ਲੋਕ ਨੇ, ਦੇਖੋ ਸੰਜੇ ਅਗਰਵਾਲ ਜਿਹੜਾ ਉਸ ਵੇਲੇ ਕਾਨੂੰਨ ਜਿਹਨੇ ਡਰਾਫਟ ਕੀਤੇ 3 ਕਾਨੂੰਨ जी, ਨੰਬਰ ਸ਼੍ਰੀ ਰਮੇਸ਼ ਚੰਦ ਜੀ ਜਿਹੜੇ ਸਾਡੇ ਨੀਤੀ ਆਯੋਗ ਚ ਨੇ, ਕਦੇ CACP ਦੇ ਮੈਂਬਰ ਰਹੇ ਨੇ ਉਹ। ਇਹ ਰਮੇਸ਼ ਚੰਦ ਉਹ ਨੇ ਜਿਨ੍ਹਾਂ ਨੇ ਕਦੇ C2 ਜਿਹੜਾ C2 ਦਾ ਫਾਰਮੂਲਾ ਹੈ जी, ਇਹ C2 ਦਾ ਫਾਰਮੂਲਾ ਰਮੇਸ਼ ਚੰਦ ਦੀ ਕਮੇਟੀ ਨੇ ਇਜਾਦ ਕੀਤਾ ਸੀ, जी, ਜਿਸ ਨੂੰ ਅਸੀਂ ਕਹਿੰਦੇ ਆ ਨਾ C2 + 50% ਕਰੋ। हाँ जी, हाँ जी, 50% ਸੀ ਸਵਾਮੀਨਾਥਨ ਦਾ, C2 ਦਾ ਫਾਰਮੂਲਾ ਰਮੇਸ਼ ਚੰਦ ਦਾ। ठीक है। ਲੇਕਿਨ ਰਮੇਸ਼ ਚੰਦ ਨੇ ਜਦੋਂ BJP ਦੀ ਗਵਰਨਮੈਂਟ ਆ ਗਈ ਉਦੋਂ ਉਲਟਾ 180 ਡਿਗਰੀ ਤੇ ਸਟੈਂਡ ਲੈ ਕੇ ਆਰਟੀਕਲ ਲਿਖੇ ਕਿ ਨਹੀਂ, ਕਾਸਟ ਆਫ ਪ੍ਰੋਡਕਸ਼ਨ ਐ ਕੈਲਕੂਲੇਟ ਨਹੀਂ ਹੋਣੀ ਚਾਹੀਦੀ। ठीक है। ਫਿਰ ਉਹ ਲੋਕ ਨੇ ਇਕੋਨੋਮਿਸਟ ਜਿਵੇਂ ਮੈਂ IIM ਦੇ ਅਹਿਮਦਾਬਾਦ ਦੇ ਸੁਖਪਾਲ ਨੇ हाँ जी, ਜਾਂ ਬਹੁਤ ਸਾਰੇ ਇਸ ਕਿਸਮ ਦੇ ਨੇ, ਘੱਟੋ ਘੱਟ ਮੈਨੂੰ ਦਾ CSC शेखर ने। हाँ जी, ਸੋ ਇਹਦੇ ਵਿੱਚ 3 ਇਹਨਾਂ ਨੇ ਰੱਖੇ ਨੇ ਕਿ SKM ਭੇਜੂਗਾ, ਸਾਡੀ ਮੀਟਿੰਗ ਹੋਊਗੀ, ਉਹ ਚ ਡਿਸਾਈਡ ਕਰਾਂਗੇ। ਲੇਕਿਨ ਮੈਨੂੰ ਨਿੱਜੀ ਤੌਰ ਤੇ ਇਹ ਲੱਗਦਾ ਕਿ ਟਰਮਸ ਆਫ ਰੈਫਰੈਂਸ ਦੇ ਵਿੱਚ ਨਾ ਕਲੀਅਰ ਹੈ ਮੈਂਬਰ ਜਿਸ ਕਿਸਮ ਦੇ ਲਏ ਨੇ। ਇਹਦੇ ਚ ਜੇ ਅਸੀਂ ਇਸ ਕਿਸਮ ਦੀ ਕਮੇਟੀ ਦੇ ਵਿੱਚ ਆਪਣੇ ਮੈਂਬਰ ਭੇਜਦੇ ਹਾਂ ਤਾਂ ਇਹ ਦੇਸ਼ ਦੇ ਕਿਸਾਨਾਂ ਨੂੰ ਕਨਫਿਊਜ਼ ਕਰਨ ਤੋਂ ਇਲਾਵਾ ਕੁਛ ਨਹੀਂ ਹੋਊਗਾ। ਕੋਈ ਸਟਰਗਲ ਕਰਨ ਦੇ ਵਿੱਚ ਸਾਡੇ ਰੁਕਾਵਟ ਬਣੂਗੀ। ਇਸ ਕਮੇਟੀ ਚੋਂ ਕੁਛ ਨਿਕਲਣ ਵਾਲਾ ਨਹੀਂ ਹੈ। ਇਸ ਲਈ ਬੜੀ ਕਲੀਅਰ ਗੱਲ ਹੈ, ਮੇਰੇ ਸਾਹਮਣੇ ਪਈ ਆ ਉਹ ਜਿਹੜਾ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ। ਹਾਂਜੀ, ਇਹ ਬਿਲਕੁਲ ਵੀ ਅਸੀਂ ਇਹ ਜੀ ਕਮੇਟੀ ਅਸੀਂ ਪਹਿਲਾਂ ਹੀ ਮੰਗ ਰਹੇ ਸੀ। ਹੁਣ ਕਮੇਟੀ ਦੇ ਨਾਂ ਭੇਜ ਕੇ ਟੋਟਲ ਟਰਮਸ ਆਫ ਰੈਫਰੈਂਸ ਨੇ ਕੀ ਹੈ ਉਹਦੀਆਂ ਕੋਈ ਸਾਨੂੰ ਕਲੀਅਰਲੀ ਨਹੀਂ ਭੇਜੀਆਂ। ਬਾਕੀ ਕਮੇਟੀ ਦੀ ਫਾਰਮੇਸ਼ਨ ਵੀ ਇਸ ਕਿਸਮ ਦੀ ਕਰ ਲਈ, ਜਿਵੇਂ ਮੰਨ ਲਓ ਇਹਦੇ 'ਚ ਕਈ MSP, ਕ੍ਰੌਪ ਡਾਈਵਰਸੀਫਿਕੇਸ਼ਨ, ਨੈਚੁਰਲ ਫਾਰਮਿੰਗ ਵਗੈਰਾ ਵਗੈਰਾ ਕਈ ਕੁਛ ਰੱਖਿਆ ਹੋਇਆ ਜੀ। ਜੀ, ਸੋ ਸਾਨੂੰ ਲੱਗਦਾ ਕਿ ਇਹਦੇ 'ਚ ਸਾਡੀ ਮੇਰੀ ਪਰਸਨਲ ਰਾਏ ਹੋਊਗੀ ਇਹ SKM ਦੀ ਮੀਟਿੰਗ ਅਸੀਂ ਅੱਜ ਰਾਤ ਨੂੰ ਜਾਂ ਕੱਲ ਕਰ ਲਾਂਗੇ ਕਿ ਸਾਨੂੰ ਐਜੀ ਕਮੇਟੀ ਜਾ ਕੇ ਸਾਨੂੰ ਆਪਣੀ ਜਿਹੜੀ ਵਿਜ਼ਨ ਹੈ ਉਹ ਬਲਰ ਨਹੀਂ ਕਰਨ ਦੇਣੀ ਚਾਹੀਦੀ, ਸਗੋਂ ਸਟਰਗਲ ਵੱਲ ਹੀ ਵਧਣਾ ਚਾਹੀਦਾ ਹੈ। ਇਹ ਸਾਨੂੰ ਲੰਬਾ ਸਮਾਂ ਉਹਦੇ 'ਚ ਪਾਈ ਰੱਖਣਗੇ ਤੇ ਫਿਰ ਕਹਿਣਗੇ ਕਮੇਟੀ, ਜਿਵੇਂ ਕੋਰਟ 'ਚ ਨਹੀਂ ਹੁੰਦਾ ਵੀ ਸਬ ਜੁਡੀਸ਼ਾਈਲ ਕੇਸ ਕੋਈ ਕਮੇਟੀ ਬਣਾਈ ਤਾਂ ਹੋਈ ਹੈ, ਤੁਸੀਂ ਉਹਦੇ 'ਚ ਹੈਗੇ ਹੋ, ਤੁਸੀਂ ਆਪੇ ਦੇਖੋ ਕਮੇਟੀ ਕੀ ਕਰਦੀ ਹੈ। ਪਰ ਡਾਕਟਰ ਸਾਹਿਬ ਤੁਸੀਂ ਨਿੱਜੀ ਤੌਰ ਤੇ ਜੋ ਜ਼ਿਕਰ ਕੀਤਾ ਗਿਆ ਹੈ ਉਸ ਦੀ ਲੋੜ ਸਮਝਦੇ ਹੋ ਕਿ ਜਿਹੜੀਆਂ ਚੀਜ਼ਾਂ ਇਹਨਾਂ ਨੇ ਕਹੀਆਂ ਨੇ ਕਿ ਕਮੇਟੀ ਇਸ ਸੰਦਰਭ ਦੇ ਵਿੱਚ ਅੱਗੇ ਵਿਚਾਰੇਗੀ, ਇਸ ਦੀ ਜ਼ਰੂਰਤ ਹੈ ਸਮੇਂ ਦੇ ਹਿਸਾਬ ਨਾਲ? ਨਹੀਂ, ਉਹਦੇ 'ਚ ਮੈਨੂੰ ਅਸੀਂ ਇਹ ਮੰਗ ਕਰ ਰਹੇ ਸੀ ਇਹਨਾਂ ਤੋਂ ਕਿ ਸਾਡੀ ਡਿਮਾਂਡ ਹੈ MSP ਦੇ ਉੱਤੇ ਕਮੇਟੀ ਬਣਾਓ ਵਿਦ ਸਟੈਚੂਟਰੀ। ਉਹਦੇ 'ਚ ਇਹ ਹੋਵੇ ਕਿ ਇਹਦੀ ਤਾਂ ਇੱਕ ਤਾਂ ਰਿਕਮੈਂਡੇਸ਼ਨ ਸਟੈਚੂਟਰੀ ਹੋਣਗੀਆਂ, ਨੰਬਰ 1। ਨੰਬਰ 2 ਇਹ ਕਮੇਟੀ ਬਣੂਗੀ ਟੂ ਗਿਵ ਏ ਲੀਗਲ ਰਾਈਟ ਟੂ ਦਾ ਫਾਰਮਰਸ ਕਿ ਉਹਨੂੰ MSP ਮਿਲੇ। MSP ਇਕੱਲਾ ਡਿਕਲੇਅਰ ਨਾ ਹੋਵੇ, MSP ਮਿਲੇ, ਯਾਨੀ MSP ਤੇ ਉਹਦੀ ਖਰੀਦ ਹੋਵੇ। ਅਗਰ ਉਹ ਨਹੀਂ ਹੁੰਦਾ ਉਹਦੇ ਵਾਸਤੇ ਕਮੇਟੀ ਹੈ ਤਾਂ ਕਮੇਟੀ ਦਾ ਕੋਈ ਫਾਇਦਾ ਨਹੀਂ ਹੈ ਇਸ ਕਮੇਟੀ ਦਾ। ਇਹ ਤਾਂ ਸਿਰਫ ਹੈ ਕਿ MSP ਮੋਰ ਇਫੈਕਟਿਵ ਐਂਡ ਟ੍ਰਾਂਸਪੇਰੈਂਟ ਕਿਵੇਂ ਹੋਵੇ। ਇਹ ਬੜੀ ਮਤਲਬ ਕਿ ਕਨਫਿਊਜ਼ਨ ਵਾਲੀ ਗੱਲ ਹੈ, ਇਹ ਤਾਂ ਬਿਲਕੁਲ ਕਲੀਅਰ ਕਰਨੀ ਹੈ। ਬਾਕੀ ਫਿਰ ਵੀ SKM ਦੀ ਮੀਟਿੰਗ ਦੇ ਵਿੱਚ ਮੈਂ ਆਪਣੇ ਵਿਚਾਰ ਇਸ ਤਰੀਕੇ ਨਾਲ ਰੱਖੂੰਗਾ, ਕੋਈ ਮਤਲਬ ਨਹੀਂ ਹੈ ਇਸ ਜਾਣ ਦਾ। ਦੂਜੇ ਮੈਂਬਰ ਨੇ ਸਾਡੇ ਉਬਰਾਹਾ ਜੀ ਨੇ, ਉਹਨਾਂ ਦਾ ਵੀ ਕਲੀਅਰ ਕੱਟ ਵਿਚਾਰ ਹੈ ਵੀ ਨਹੀਂ, ਬਿਲਕੁਲ ਨਹੀਂ ਜਾਣਾ ਚਾਹੀਦਾ ਸਾਨੂੰ ਇਹ ਜੀ ਕਮੇਟੀ ਦੇ ਅੰਦਰ। ਤੇ ਬਾਕੀ ਦੇ ਮੈਂਬਰਾਂ ਨਾਲ ਸੋਚ ਗੱਲ ਕਰਕੇ ਦੇਖਾਂਗੇ, ਸਾਨੂੰ ਨਹੀਂ ਲੱਗਦਾ ਕੋਈ ਸਹਿਮਤ ਹੋਵੇ ਇਸ ਤੇ। ਠੀਕ ਹੈ। ਸਾਡੇ ਨਾਲ ਗੁਣੀ ਪ੍ਰਕਾਸ਼ ਜੁੜੇ ਨੇ, ਜਿਹੜੇ ਮੈਂਬਰ ਨੇ MSP ਕਮੇਟੀ ਦੇ। ਗੁਣੀ ਪ੍ਰਕਾਸ਼ ਜੀ, ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ? ਕਿਉਂਕਿ ਅਸੀਂ ਡਾਕਟਰ ਦਰਸ਼ਨਪਾਲ ਹੋਰਾਂ ਦੇ ਨਾਲ ਗੱਲ ਕਰ ਰਹੇ ਹਾਂ, ਉਹ ਕਹਿੰਦੇ ਬੜਾ ਕਨਫਿਊਜ਼ਡ ਹੈ, ਇਹਦੇ 'ਚ ਕਈ ਸਾਰੀਆਂ ਚੀਜ਼ਾਂ ਮਿਕਸ ਕਰ ਦਿੱਤੀਆਂ।
नहीं डॉक्टर साहब कंफ्यूज क्यों? अगर कमेटी बनी थी तो कमेटी में हम जो किसानों की मांग हम रखते हैं या किसानों से हम जुड़े हुए हैं, हम अपनी बात वहां रखेंगे। और जो जितने भी मसले हैं, चाहे एमएसपी के है, चाहे उन्नत खेती की बात है, चाहे किसानों की और बाजार की बात है, उनकी वो सारी कमेटी में हम अपनी बातें रखेंगे। क्योंकि खेती जो है, खेती आज कोई पारंपरिक पुरानी खेती नहीं रही। अब तो टेक्नोलॉजी भी होनी चाहिए, जो जैसे और तरह की जो एमएसपी की बात आप कह रहे हैं, वो एमएसपी तो किसानों के उपभोक्ता के हित में थी। और हम कह रहे हैं कि उसमें विचार रखेंगे भाई किसान को फसल का उपज कैसे मिले। किसान जो कर्जाई हो रहा लगातार, उसको कीमत ना मिलने के कारण उसको बाजार नहीं मिल रहा, उसको तरह तरह की समस्या है, उसमें हम अपनी बात रखेंगे। हाँ जी डॉक्टर साहब, ਤੁਸੀਂ ਸਮਝਦੇ ਹੋ ਜਿਹੜੀ ਗੱਲ ਇਹ ਕਹਿ ਰਹੇ ਆ ਕਿ ਘੱਟੋ ਘੱਟ ਮੈਂਬਰ ਬਣਨਾ ਚਾਹੀਦਾ ਹੈ, ਜ਼ਰੂਰ ਆਪਣੀ ਗੱਲ ਰੱਖ ਸਕਦੇ ਆ ਆਪਾਂ ਉਸ 'ਚ ਜਾ ਕੇ? ਨਹੀਂ ਜੀ, ਜਿੱਥੇ ਤੁਹਾਡੀ ਦੇਖੋ ਬੜੀ ਕਲੀਅਰ ਹੋਣਾ ਚਾਹੀਦਾ ਹੈ, ਤੁਸੀਂ ਆਵਾਜ਼ ਚੀਕੀ ਜਾਵੋ, ਰੌਲਾ ਪਾਈ ਜਾਵੋ ਤੇ ਲੋਕਾਂ ਨੂੰ ਇਹ ਲੱਗੂਗਾ ਕਿ ਆ ਰੌਲਾ ਪਾ ਰਹੇ ਨੇ, ਉੱਥੇ ਸੁਣਵਾਈ ਕੁਛ ਨਾ ਹੋਵੇ ਤੇ ਸਾਲ 2 ਸਾਲ 3 ਸਾਲ ਚੱਲੀ ਜਾਵੇ, ਐਮਐਸਪੀ ਦਾ ਮਸਲਾ ਕਨਫਿਊਜ਼ ਹੋ ਜੇ। ਇਹ ਬਿਲਕੁਲ ਨਹੀਂ, ਸਾਨੂੰ ਆਪਣੇ ਅੰਦੋਲਨਕਾਰੀ ਬਣ ਕੇ ਅੰਦੋਲਨਕਾਰੀਆਂ ਨੂੰ ਆਵਾਜ਼ ਇਸ ਕਮੇਟੀ ਤੱਕ ਵੀ ਪਹੁੰਚਾਉਣੀ ਚਾਹੀਦੀ ਹੈ, ਸਰਕਾਰ ਤੱਕ ਵੀ ਪਹੁੰਚਾਉਣੀ ਚਾਹੀਦੀ ਹੈ, ਸੀਏਸੀਪੀ ਤੱਕ ਵੀ ਪਹੁੰਚਾਉਣੀ ਚਾਹੀਦੀ ਹੈ। ਇਹ ਜਿਹੜਾ ਮਸਲਾ ਹੈ, ਦੇਖੋ ਇਹ ਸਰਕਾਰ ਨੇ अगर तुम डिटेल च पढ़ोगे तो बिल्कुल क्लीयर कट कन्फ्यूज करने की जानबूझ के कोशिश की गई है। बल्कि हौली हौली मैं तो ये कहूँगा कि जो उन्होंने बयान दिते ने परसों तोमर जी ने कि बहुत ही सुधारां की लोड़ है, असल च ਇਹਦੇ ਵਿੱਚ ਉਹ ਸਾਰੇ ਸੁਧਾਰ ਲੈ ਕੇ ਆਉਣਗੇ ਤੇ ਮੋਹਰ ਲਵਾਉਣਗੇ ਕਿਸਾਨਾਂ ਦੀ, ਜਿਹੜੇ ਘੱਟ ਗਿਣਤੀ 'ਚ ਰਹਿ ਜਾਣਗੇ ਉਹਨਾਂ ਦੀ ਕੋਈ ਪੁੱਛ ਨਹੀਂ ਹੋਊਗੀ ਤੇ ਪਾਸ ਕਰਨਗੇ ਵੀ ਐਸਕੇਐਮਬੀ ਵਿੱਚ ਸੀਗਾ। ਮਾਰਕੀਟ ਦੇ ਇਸ਼ੂ ਨੂੰ ਵੀ ਲੈ ਕੇ ਆਉਣਗੇ ਵੀ ਉੱਥੇ ਸੁਧਾਰਾਂ ਦੀ ਲੋੜ ਹੈ, ਦੂਸਰੇ ਖੇਤੀ ਦੇ ਇਸ਼ੂ ਨੂੰ ਵੀ ਲੈ ਕੇ ਆਉਣਗੇ, ਉੱਥੇ ਸੁਧਾਰਾਂ ਦੀ ਲੋੜ ਹੈ ਜੀ। ਤੇ ਉਹਨਾਂ ਨੂੰ ਪੁੱਛੇ विजयपाल जी, ये मेरी राय है, लेकिन गुणी प्रकाश जी कुछ कहना चाह रहे हैं? जी 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 गुणी प्रकाश जी नहीं कहना चाह रहे हैं? हाँ जी विजयपाल जी, मेरा ये कहना है, जो एमएसपी का फार्मूला था 1967 में, वो किसानों के हित में था या उपभोक्ता के हित में है? एमएसपी का फार्मूला क्या है, सबसे पहले तो ये करना पड़ेगा। अब मैं ये अभी कह रहा, पिछले दिनों जो हमारे सरसों का रेट था वो एमएसपी से तो लगभग 1000-1500 रुपए ज्यादा बिका, सूरजमुखी का बिका। हम कह रहे हैं कि एमएसपी जो है, एमएसपी का जो पुराना फार्मूला है, अब कोई इन्होंने पूरे आंदोलन के दौरान, मैं कोई कंट्रोवर्सी नहीं कह रहा, मैं कह रहा कि किसानों को बाजार मिलना चाहिए, किसानों को मुक्ति का एक ही रास्ता है, उसके लिए वो बेचे कहाँ? मंडी नहीं, मंडी की जो नहीं, सुनो, मंडी की जो व्यवस्था है, लटकाने की कोशिश की साहब, वो मंडी की जो व्यवस्था है वो किसानों के नुकता के अंदर बनी हुई है। गुणी प्रकाश जी, मैं दूसरे तरीके से ये सवाल पूछ लेता हूं, आप क्या ये मांग करते हैं कि एक टाइम बाउंड जो हो के एक टाइम फ्रेम में, अगर कमेटी बनी भी है तो एक टाइम फ्रेम में सारा कुछ दे, ये नहीं कि 2-3 साल 4 साल लटकी जाए? विजयपाल जी, मैं बिल्कुल आपकी बात से सहमत हूं। ये टाइम फ्रेम में होनी चाहिए, ना कि इसको लटकाने वाली बात नहीं होनी चाहिए, क्योंकि आज किसानों को बहुत बड़ी जरूरत है। किसानों को एमएसपी के पे जो एक कमेटी बनी या कृषि सुधार पे जो कमेटी बनी है, उसके लिए टाइम फ्रेम ये नहीं होना चाहिए कि उसको 3 साल लटकाए, 2 साल लटकाए, इस पे तो मैं सहमत हूं। लेकिन जो हमारे साथी हैं किसान मोर्चा के, उनको भी आना चाहिए, वो अपने तर्क रखें, वो अपनी, शायद उनकी बहुत अच्छी बातें उसमें जोड़ी जाए। अगर आप इसका बायकाट करेंगे, जैसे पहले ने की 3 कृषि कानून कर ले, उसका तो कोई समाधान नहीं, सिर्फ अकेला आंदोलन तो नहीं, आप जो योजनाएं बनेगी, नीति आयोग बनेगी, आप उसमें शामिल हो। चाहते हैं गुणी प्रकाश जी, एक सेकंड, जो चेयरमैन साहब ने, जो मैंबर नीति आयोग ने, एग्रीकल्चर इकोनॉमिस्ट ने, ये सारे नाम ने जेडे, या हुण गुनी प्रकाश जी खुद भी ने जी। मैं हैरान हाँ भी गुनी प्रकाश केड़े फार्मर्स लीडर दे विचों लए ने, केड़े फार्मर्स दी रिप्रेजेंटेशन करदे ने? ये हरियाणे तो ने, हरियाणे दे संगठन सारे अंदोलन च रहे ने, इन्हां नूं एक दिन नहीं मैं देखिया कदे अंदोलन च।
ਤੇ ਇਹ ਗੁਣੀ ਪ੍ਰਕਾਸ਼ ਜੀ ਜਿਹੜੇ ਨੇ ਕਿਸੇ ਸਟਰਗਲਿੰਗ ਦੀ ਜਾਂ ਇਸ਼ੂਜ਼ ਨੂੰ ਫੋਕਸ ਕਰਨ ਦੇ ਵੇਲੇ ਕਦੇ ਕਿਤੇ ਦੇਖੀ ਨਹੀਂ ਮੈਂ। ਸੋ ਇਹ ਜਿਹੜੇ ਲੈ ਗਏ ਸਾਰੀ ਜਿਹੜੀ ਕਮੇਟੀ ਹੈ ਸਰਕਾਰ ਨੇ ਇਸ ਤਰੀਕੇ ਨਾਲ ਬਣਾਈ ਹੈ ਵੀ ਇਹ ਉਹਨਾਂ ਦੇ ਯੈਸ ਮੈਨ ਨੇ ਬਹੁਤੇ, ਇਹਨਾਂ ਚੋਂ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਕਰਨਾ ਚਾਹੁੰਦੇ ਨੇ, ਸਰਕਾਰ ਦੀਆਂ ਨੀਤੀਆਂ ਲਾਗੂ ਕਰਨਾ ਚਾਹੁੰਦੇ ਨੇ। ਹੁਣ ਉਹਨਾਂ ਨੇ ਅੰਦੋਲਨ ਦੇ ਅਸਰ 3 ਕਾਨੂੰਨ ਵਾਪਸ ਲੈ ਕੇ ਇਨਡਾਇਰੈਕਟਲੀ ਚੀਜ਼ਾਂ ਨੂੰ ਕਨਫਿਊਜ਼ ਕਰਨ ਲਈ, ਬਲਰ ਕਰਨ ਲਈ, ਜਾਂ ਲੋਕਾਂ ਨੂੰ ਕਹਿ ਕੇ ਦੇਖੋ ਜੀ ਇਹਦੇ ਚ ਤਾਂ ਫਾਰਮਰ ਜਥੇਬੰਦੀ ਸੀ ਉਹ ਸਾਰੇ ਸੁਧਾਰਾਂ ਨੂੰ ਮੁੜ ਕੇ ਲੈ ਕੇ ਆਉਣਾ ਚਾਹੁੰਦੇ ਨੇ। ਅਸੀਂ ਇਹ ਜੀ ਜਿਹੜੀ ਕੀ ਕਹਿ ਲਓ ਬਈ ਮਿਰਗ ਤ੍ਰਿਸ਼ਨਾ ਜਿਵੇਂ ਹੁੰਦੀ ਹੈ ਜਾਂ ਇਹਦੇ ਚੋਂ ਕੁਝ ਨਿਕਲੂਗਾ, ਸਾਨੂੰ ਬਿਲਕੁਲ ਕਲੀਅਰ ਹੈ ਇਹ ਚੋਂ ਕੁਝ ਨਹੀਂ ਨਿਕਲਣ ਵਾਲਾ, ਜਾਂ ਮੈਨੂੰ ਕਲੀਅਰ है साडी बॉडी बाकी फैसला कर। ठीक है गुणी प्रकाश जी, सुन लिया होगा आपने डॉक्टर साहब जो कह रहे हैं कि ये सारा एक कमेटी के जरिए उन्हीं सुधारों को वापस लाने की कोशिश है। नहीं साहब आप ये कह रहे हैं कि 1978 में भारतीय किसान यूनियन का गठन भूपेंद्र सिंह मान ने किया था और मैं शरद जोशी में 87 से लगभग 100 के पास मेरे पास मुकदमे हो गए किसान आंदोलन में। हरियाणा के हर किसान आंदोलन में मैं शामिल हूँ और इसका मतलब ये नहीं है कि कोई दिल्ली को घेरेगा वही किसान माना जाएगा। हमारे पूरे देश के किसानों की भी अपनी मांगे हैं, जरूरी नहीं है कि दंगा फसाद करने वाले कोई किसान माना जाएगा। आप हरियाणा के अंदर जाके कर लो, मैं बदनलाल, बंसीलाल, चौटाला सभी सरकारों में जेलों में रहा। आंदोलन शरद जोशी साहब को कि इनकी पंजाब में लेके पाकिस्तान तक क्यों गए। हमने जो कृषि सुधार के आंदोलन करे दिल्ली से लेकर यहाँ तक करे। अगर आप ये कहो कि हम ही सबके, तो आप भी तो कम्युनिस्ट हो, आप कम्युनिस्ट विचारधारा से लोग हो। आप अकेले किसानों के नाम पे लाल झंडा लगा के अगर आप ये कहोगे कि पूरे देश का अगर उदारवादी जो है किसान क्या सुधार करने के लिए और कृषि में सुधार लाने के लिए क्या सिर्फ कम्युनिस्टों की बात मानी जाएगी, वो तो सबकी बननी जाएगी, आपकी भी मेरी भी सबकी करके। लेकिन किसी को डिमोरलाइज करके भाई आप हम ही सब कुछ है, मैं ही ज्ञानी हूँ, तो देश का किसान अगर बात करेगा आप अपनी बात रखो, आप हमारी बात रखो। शरद जोशी साहब का नाम तो आप जानते होंगे, उन्होंने कृषि के लिए दुनिया भर के सुधार के मांगे रखी, वो टास्क फोर्स के सदस्य बनेंगे, नेगेटिव सब्सिडी के बने, कितने आंदोलन गिनाऊं मैं आपको। डॉक्टर साहब से जवाब ले लें गुणी प्रकाश जी, डॉक्टर साहब जवाब दे दो जी। नहीं, मैं तो ये कहना चाहता हूँ गुणी प्रकाश जी को, गुणी प्रकाश जी एमएसपी के 3 पॉइंट लिखे हैं इसमें 3। suggestion to make available MSP to farmers of the country by making the system more effective and transparent. Suggestion on practically to give more autonomy to Commission for CACP to strengthen the agriculture marketing system. इसमें क्या नया है, मतलब हम क्या विचार देंगे इसमें, कैसे होगा ये? हमारा क्लियर कट है कि एक एमएसपी की कमेटी को टर्म्स ऑफ रेफरेंस में लिखना चाहिए कि ये एक लीगल एक्ट बनाएगी, कानून बनाएगी जिसमें एमएसपी की गारंटी का वो एक्ट होगा जी। अगर वो नहीं है तो ये तो एक तरह का मतलब आप 3 एमएसपी के तीनों टर्म्स ऑफ रेफरेंस देख लो क्या है इसमें। एक बात, गुणी प्रकाश जी क्या बोल रहे हैं विजय जी, मुझे सुनाई नहीं दिया, इनकी आवाज नहीं आ रही थी। गुणी प्रकाश जी कह रहे सी कि असी भी शुरू तो किसान संगठनों के नाल जुड़े हुए हैं और असी भी बहुत सारे किसानों के लिए कोशिशां कीतियां ने, संघर्ष किए है। कहते सीधे तौर पर जिहड़ा झंडा चक के संघर्ष करता है सिर्फ उही किसानों का या किसानों की आवाज़ नहीं चकदा, जिहड़े शुरू तो किसानी के लिए काम करते आ रहे हैं वो असी उन्हां मैंबरां चों है। ये दरअसल कहने की कोशिश कर रहे हैं गुणी प्रकाश जी। नहीं जी, मैं देखो हरियाणा दे विच घासी राम नायन तो लैके गुरनाम चडूनी तो लैके सारे किसान लीडरां नूं जानदा जी, गुणी प्रकाश जी नूं भी जानदा मैं। लेकिन मेरा कहना यह है कि गुणी प्रकाश जी दा संगठन और संघर्ष पिछले घट्टो घट्ट 10-15 सालों च एमएसपी नूं लैके जां करजा मुक्ति नूं लैके जां 3 कानूनां दे विरुद्ध मैं नहीं देखिया कोई इन्हां ने संघर्ष लड़िया होवे। सो इन्हां नूं जिहड़ा लिया गया है, देखो मैं बड़ा क्लीयरली तुहानूं दसदा, मैं निजी तौर पर सुखपाल जी नूं जानदा, अहमदाबाद वालियां नूं, ठीक है। एक सुखपाल एग्रीकल्चर यूनिवर्सिटी वाला भी है जी। एग्रीकल्चर यूनिवर्सिटी वाला जिहड़ा सुखपाल है वो प्रो फार्मर है, ये सुखपाल जिहड़ा लिया गया अहमदाबाद वाले प्रो कारपोरेट है। ਹੁਣ ਸਰਕਾਰ ਨੇ ਚੁਣ ਕੇ ਆਪਣੇ ਬੰਦੇ ਉਸ ਕਿਸਮ ਦੇ ਲਏ ਨੇ, ਉਹਨਾਂ 'ਚ ਜਾ ਕੇ ਤੁਸੀਂ ਆਪਣੀ ਠੂਠੂ ਹੀ ਕਰਾਉਣੀ ਹੈ, ਐਵੇਂ ਕੀ ਮਤਲਬ ਹੋਇਆ ਜਾਣ ਦਾ। ਤੁਹਾਡੇ ਕਹਿਣ ਦਾ ਮਤਲਬ ਹੈ ਪਹਿਲਾਂ ਟੋਟਲ ਟਰਮਸ ਆਫ ਰੈਫਰੈਂਸ ਦਿੰਦੀ
ਜਾਂ ਟਰਮਸ ਆਫ ਰੈਫਰੈਂਸ ਨੇ। ਫਿਰ ਉਹ ਕਮੇਟੀ ਅਸੀਂ ਆਪਣੇ ਟਰਮਸ ਆਫ ਰੈਫਰੈਂਸ ਉਹਨਾਂ ਨੂੰ ਭੇਜ ਚੁੱਕੇ, ਤੁਹਾਨੂੰ ਦੱਸਾਂ ਮੈਂ। ਉਹ ਟਰਮਸ ਆਫ ਰੈਫਰੈਂਸ ਅਸੀਂ ਆਲਰੇਡੀ ਸਰਕਾਰ ਨੂੰ ਦੇ ਚੁੱਕੇ ਆ ਕਿ ਆਹ ਟਰਮਸ ਆਫ ਰੈਫਰੈਂਸ ਤੁਸੀਂ ਕਰੋਗੇ ਤਾਂ ਅਸੀਂ ਕਮੇਟੀ 'ਚ ਆਉਣ ਬਾਰੇ ਸੋਚਾਂਗੇ। ਕੀ ਹੈ ਇੱਕ ਵਾਰੀ ਮਾੜਾ ਜਿਹਾ ਦੱਸ ਸਕਦੇ ਹੋ ਡਾਕਟਰ ਸਾਹਿਬ? ਉਹੀ ਜਿਹੜਾ ਮੈਂ ਕਹਿ ਰਿਹਾ ਵੀ ਇੱਕ ਤਾਂ ਟਾਈਮ ਬਾਉਂਡ ਹੋਵੇ, ਨੰਬਰ 1। ਠੀਕ ਹੈ। ਨੰਬਰ 2 MSP ਤੇ ਐਕਸਕਲੂਸਿਵਲੀ ਕਮੇਟੀ ਹੋਵੇ। ਨੰਬਰ 3 MSP ਵਾਲੀ ਜਿਹੜੀ ਕਮੇਟੀ ਹੈ ਉਹਦੇ 'ਚ ਉਹ ਕੰਮ ਇਹ ਹੋਵੇ ਕਿ ਉਹ ਲੀਗਲ ਐਕਸਪਰਟਸ ਨੂੰ ਲੈ ਕੇ ਉਹ ਸਾਰੇ ਲੱਭੂਗੀ ਕਿ ਕਿਸਾਨ ਨੂੰ MSP ਦੀ ਕੈਲਕੂਲੇਸ਼ਨ ਦਾ ਫਾਰਮੂਲਾ ਜਿਹੜਾ ਸੀ 250% ਵਾਲਾ ਉਹਦੇ ਤੇ ਰਿਸਰਚ ਕਰੇ। ਨੰਬਰ 2 ਉਹਦੀ ਜਿਹੜੀ ਮਾਰਕੀਟਿੰਗ ਹੈ, ਮਾਰਕੀਟਿੰਗ ਦੇ ਵਿੱਚ ਉਹਦੀ MSP ਦੇ ਉੱਤੇ ਖਰੀਦ ਦੀ ਗਰੰਟੀ ਹੋਵੇ, ਉਹਦੇ ਵਾਸਤੇ ਡਿਫਰੈਂਟ ਉਹ ਰਿਕਮੈਂਡੇਸ਼ਨ ਕਰੂਗੀ ਜੀ। ਬਲਕਿ ਇਹ ਟਰਮਸ ਆਫ ਰੈਫਰੈਂਸ ਇੱਧਰ ਨੂੰ ਹੋਣੀਆਂ ਚਾਹੀਦੀਆਂ ਨੇ, ਉਹਦੀ ਡਿਟੇਲਸ ਨੇ ਜਿਹੜੀਆਂ ਜਾ ਕੇ ਉਹ ਕਮੇਟੀ कर लेती है। ठीक है गुड़ी प्रकाश जी, अब कह सकते हैं आप अपनी बात। हाँ जी, मेरा माननीय डॉक्टर साहब से निवेदन है। पहले तो ये कह रहे कंडेला कांड में देशद्रोह में 14 महीने में काशीराम के साथ जेल में रहा और भजनलाल बंसीलाल। दूसरी बात यह MSP की बात है। मेरा कहना है जब तक डॉक्टर साहब आप कमेटी में आके अपने तर्क नहीं रखेंगे, अपनी बात नहीं रखेंगे, या सिर्फ आप आंदोलन करने के लिए आंदोलन कर रहे हैं, आप कमेटी में अपने तर्क रखो, हम भी तर्क रखेंगे, कृषि जो वैज्ञानिक है वो भी तर्क रखेंगे, सरकार भी रखे। अगर आप बातचीत ही नहीं करोगे, आप कहोगे सिर्फ अब तो जाके धरना कर लेंगे, प्रदर्शन करें, नेगेटिव करें। डॉक्टर साहब बहुत बुद्धिमान आदमी है, ये जो बात आप पे कह रहे हैं वो कमेटी में जाके कहे, अपनी बात रखे। हम भी कहें कि कृषि जो क्षेत्र है, जो मार्केट है किसानों की, या जो टेक्नोलॉजी है किसानों की, और तरह के बहुत मसले हैं, उन पे जब आप भी चर्चा करेंगे, हम भी चर्चा करेंगे, उसके जाइए। और अकेला आप कह देंगे हम तो जाएंगे नहीं, इसका क्या मतलब हुआ? डॉक्टर साहब आप चर्चा से क्यों भाग रहे हो? आप अपने तर्क रखो, अगर आपके मजबूत है हम भी अपने तर्क रखेंगे। भी किसान, हम सिर्फ किसानों की तरफ से हैं, हम कोई बीजेपी और सरकार की तरफ से नहीं है। हमने वर्षों से संघर्ष कर रहे हैं। एजेंडा क्या हो वो हमारा पॉइंट है। चर्चा से हम नहीं भाग रहे। अब चर्चा आप करने लगो, नहीं चर्चा क्यों नहीं, जो नहीं सबसे डॉक्टर साहब वो भी हो जाएगी, लेकिन चर्चा जो हो नहीं आदरणीय नहीं आदरणीय डॉक्टर साहब, आप MSP का जो मुद्दा है, जब उस पर कमेटी बनी, पहले तो कह रहे थे कमेटी नहीं होनी चाहिए, कमेटी नहीं बनी फलाना का, अब कमेटी बन गई तो आप तर्क निकाल रहे हम तो बाइकाट। आप अपना तर्क रखो, अपनी बात रखो, उस पे जो बात जाएगी उसमें सारे अपनी बात रख के बैठ चिप के बात करेंगे। आपके जो सदस्य आएंगे वो भी अपनी बात रखेंगे। कानून वापस ले लिए, तब सरकार ने कहा कि हम एक कमेटी बनाएंगे। हमने उस बार भी कहा था, वो तो आंदोलन में इस तरह का सिचुएशन आ गया, हमने आंदोलनकारियों को भी कहा था कि MSP की कमेटी नहीं, MSP के ऊपर उसका कानून बनाने की गारंटी बनाने वाली कमेटी चाहिए हमको। अगर कमेटी भी बननी है तो वैसे तो हम कह रहे थे कि स्पेशल पार्लियामेंट बुला के वो कानून लाए, लेकिन जब आंदोलन इतना लंबा चले गया, आंदोलन में 3 कानून वापस हो गए, तब आंदोलनकारियों में ये डिस्कशन हुई, तब हमने रखा था कि कमेटी बननी चाहिए फॉर MSP एक्सक्लूसिवली। नंबर 1 उसको भी टर्म्स ऑफ रेफरेंस में ये देना चाहिए जो मैंने पहले बताया है। अगर वो नहीं होगा तो इसका मतलब हमें पूरा पता है, पहले भी पता था, अब भी पता है कि गवर्नमेंट जो है वो चीजों को ब्लंट करने के लिए, कंफ्यूज करने के लिए और लोगों को एक लंबा समय लटकाने के लिए और वो ਅੰਦੋਲਨ को रोकने के लिए एक्चुअली ये सब कुछ ਡਾਕਟਰ ਸਾਹਿਬ ਮੇਰਾ ਇਹਦੇ 'ਚ ਇੱਕ ਸਵਾਲ ਹੈ। ਆਪਾਂ ਪਹਿਲਾਂ ਵੀ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਉਦੋਂ ਅਸੀਂ ਲਗਾਤਾਰ ਇੱਕ ਚੀਜ਼ ਦਾ ਆਪਾਂ ਜ਼ਿਕਰ ਕਰਦੇ ਰਹੇ ਹਾਂ, ਤੁਸੀਂ ਵੀ ਬਹੁਤ ਵਾਰ ਜੁੜਦੇ ਰਹੇ ਹੋ ਕਿ ਸੰਵਾਦ ਦੀ ਕਮੀ ਹੈ, ਸੰਵਾਦ ਨਹੀਂ ਹੋ ਰਿਹਾ। ਗਵਰਨਮੈਂਟ ਨੇ ਬਹੁਤ ਦੇਰ ਮੀਟਿੰਗ ਨਹੀਂ ਕੀਤੀ, ਬੜੀਆਂ ਆਪਾਂ ਡਿਬੇਟਸ ਕੀਤੀਆਂ, ਬਹੁਤ ਥਾਵਾਂ ਤੇ ਗਵਰਨਮੈਂਟ ਨੂੰ ਸਵਾਲ ਵੀ ਪੁੱਛੇ ਗਏ ਕਿ ਸੰਵਾਦ ਨਹੀਂ ਕਰਦੇ, ਤਾਂ ਉਹਨਾਂ ਨੇ ਵੀ ਬਥੇਰੇ ਤਰਕ ਦਿੱਤੇ ਕਿ ਅਸੀਂ ਤੇ ਤਿਆਰ ਹੈ ਜਦੋਂ ਮਰਜ਼ੀ ਕਰ ਲਈਏ। ਮੇਰਾ ਸਵਾਲ ਇਹ ਹੈ ਕਿ ਜੇ ਸੰਵਾਦ ਦਾ ਸਬਬ ਬਣ ਰਿਹਾ ਤਾਂ ਆਪਾਂ ਆਪਦੀ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ, ਬਹੁਤ ਮਤਲਬ ਉਸ ਦੇ ਵਿੱਚ ਤਰਕ ਨੇ ਔਰ ਪੁਆਇੰਟ ਨੇ ਉਹਨਾਂ ਗੱਲਾਂ ਦੇ ਵਿੱਚ,
ਕੀ ਇਹ ਗੱਲਾਂ ਉਸ ਪਲੇਟਫਾਰਮ ਤੇ ਨਹੀਂ ਰੱਖੀਆਂ ਜਾ ਸਕਦੀਆਂ? ਜੇ ਮੰਨ ਲਓ ਨਹੀਂ ਵੀ ਉੱਥੇ ਗੱਲ ਸੁਣੀ ਜਾਂਦੀ ਹੈ, ਮੰਨ ਲਈ, ਤਾਂ ਉਹ ਤਾਂ ਖੁੱਲਾ ਪਲੇਟਫਾਰਮ ਹੈ, ਬਾਹਰ ਆ ਕੇ ਤੁਸੀਂ ਫਿਰ ਕਹਿ ਸਕਦੇ ਹੋ ਵੀ ਨਹੀਂ ਜੀ ਇਹਨਾਂ ਨੇ ਬਹੁਤ ਸਹਿਮਤੀ ਨਾਲ ਬਣਾਈ ਸੀ, ਅਸੀਂ ਕਿਉਂਕਿ ਉਸ 'ਚ ਘੱਟ ਗਿਣਤੀ 'ਚ ਇਸ ਕਰਕੇ ਸਾਡੀ ਗੱਲ ਨਹੀਂ ਮੰਨੀ ਜਾਂਦੀ। ਉਹ ਦੇਖੋ ਵਿਜੇ ਜੀ, ਮੈਂ ਫਿਰ ਆਪਣੀ ਗੱਲ ਤੇ ਸਟਿਕ ਕਰਦਾ ਜੀ, ਲੇਕਿਨ ਫਿਰ ਵੀ ਅਸੀਂ ਐਸਕੇਐਮ ਦੀ ਕਮੇਟੀ ਸੋਚਾਂਗੇ। ਲੇਕਿਨ ਇਹ ਬੀਜੇਪੀ ਨੇ ਜਿਸ ਤਰੀਕੇ ਨਾਲ ਪਹਿਲਾਂ ਕੀਤਾ, ਤੁਹਾਨੂੰ ਦੇਖੋ ਅੰਦੋਲਨ ਦੇ ਵਿੱਚ ਵੀ ਗੱਲ ਸੰਵਾਦ ਤਾਂ ਕੀ ਗੱਲਬਾਤ ਵੀ ਨਹੀਂ ਕੀਤੀ, ਇੱਕ ਲੈਵਲ ਤੇ ਵੀ ਨਹੀਂ ਕੀਤੀ। 22 ਤੋਂ ਬਾਅਦ ਉਹਨਾਂ ਨੇ ਤੈਅ ਕਰ ਲਿਆ। ਬਿਲਕੁਲ, ਮੈਂ ਉਹੀ ਗੱਲ ਕਰ ਰਿਹਾ ਹਾਂ। ਕੀ ਕੀਤਾ ਵੀ ਇੱਕ ਚਿੱਠੀ ਭੇਜਤੀ ਵੀ ਆ ਚਿੱਠੀ ਤੁਹਾਡੀਆਂ ਮੰਗਾਂ ਨੇ, ਉਹ ਵੀ ਬਿਨਾਂ ਸਿਗਨੇਚਰ ਤੋਂ ਭੇਜੀ। ਫਿਰ ਅਸੀਂ ਜਦੋਂ ਫਿਰ ਜਿੱਦ ਕੀਤੀ, ਫਿਰ ਸਿਗਨੇਚਰ ਕਰਕੇ ਭੇਜੀ। ਯਾਨੀ ਉਸ ਕਿਸਮ ਦਾ ਜੋ ਇੱਕ ਗਵਰਨਮੈਂਟ ਦਾ ਦੂਜੇ ਪਾਸੇ ਹੁੰਦਾ, ਜਿਵੇਂ ਪ੍ਰਧਾਨ ਮੰਤਰੀ ਜੀ ਕਦੇ ਪ੍ਰੈਸ ਕਾਨਫਰੰਸ ਨਹੀਂ ਕਰਦੇ ਕਿ ਸਵਾਲਾਂ ਦੇ ਜਵਾਬ ਦੇਣੇ ਪੈਣਗੇ, ਇਸੇ ਤਰ੍ਹਾਂ ਉਦੋਂ ਸਾਨੂੰ ਮਤਲਬ ਕਿ ਜਦੋਂ ਅੰਦੋਲਨ ਦੇ ਦੌਰਾਨ ਵੀ ਇਹੀ ਕੁਝ ਕੀਤਾ ਹੈ। ਹੁਣ ਵੀ ਇਹਨਾਂ ਨੇ ਬਿਊਰੋਕਰੇਟਸ ਨੇ, ਟੈਕਨੋਕਰੇਟਸ ਨੇ ਬੜੇ ਚਲਾਕੀ ਦੇ ਨਾਲ ਕੀਤਾ। ਅਗਰ ਕਿਸਾਨ ਨੇਤਾ, ਚਾਹੇ ਉਹ ਗੁਨੀ ਪ੍ਰਕਾਸ਼ ਜੀ ਨੇ ਜਾਂ ਉਹਨਾਂ ਤੋਂ ਇਲਾਵਾ ਕੁਝ ਕਿਸਾਨ ਲੀਡਰ ਨੇ, ਉਹ ਵਿੱਚ ਜਾਣਗੇ। ਮੇਰੇ ਤੋਂ ਅੱਜ ਲਿਖਾ ਕੇ ਲੈ ਲਓ ਕਿ ਲੋਕਾਂ ਨੇ ਕਹਿਣਾ ਵੀ ਤੁਸੀਂ ਗਏ ਸੀ ਉੱਥੇ, ਕੁਝ ਲੈ ਕੇ ਤਾਂ ਨਹੀਂ ਆਏ। ਲੇਕਿਨ ਇਹ ਫਿਰ ਵੀ ਅਸੀਂ ਮੇਰੀ ਰਾਏ ਹੈ, ਮੈਂ ਬਾਰ-ਬਾਰ ਕਹਿ ਰਿਹਾ, ਐਸਕੇਐਮ ਦੀ ਪੂਰੀ ਬਾਡੀ ਦੇ ਵਿੱਚ ਮੈਂ ਆਪਣੇ ਵਿਚਾਰ ਰੱਖੂੰਗਾ। ਜੇ ਸਾਰੇ ਕਹਿਣਗੇ ਕਿ ਭਾਈ ਉੱਥੇ ਜਾ ਕੇ ਸੰਵਾਦ ਦਰਸਾਓ, ਉੱਥੋਂ ਬਾਈਕਾਟ ਕਰਕੇ ਆ ਜਾਓ, ਉੱਥੋਂ ਆਹ ਕਰਕੇ ਆ ਜਾਓ, ਫਿਰ ਦੇਖ ਲਾਂਗੇ। ਲੇਕਿਨ ਹਾਲ ਦੀ ਘੜੀ ਮੈਨੂੰ ਲੱਗਦਾ ਵੀ ਜੋ ਇਹ ਬਣਿਆ ਹੈ, ਇਹ ਇਸ ਕਿਸਮ ਦਾ ਮਿਲਗੋਬਾ ਹੈ। ਇਹ ਕਦੇ ਵੀ ਇਹਨੇ ਕੁਝ ਵੀ ਨਹੀਂ ਦੇਣਾ। ਇਹਦੇ ਜੇ ਮਤਲਬ ਕਿ ਜਿਵੇਂ ਕਹਿ ਲਓ ਕਿ ਜੋ ਵੀ ਪੈਦਾ ਹੋਊਗਾ ਇਹਦੇ ਚੋਂ, ਤਾਂ ਪੈਦਾ ਹੋਣਾ ਨਹੀਂ, ਜੋ ਹੋਊਗਾ ਇਹੋ ਜਿਹਾ ਹੋਊਗਾ ਜਿਹੜਾ ਸਾਡੇ ਵਿਰੋਧ 'ਚ ਹੀ ਜਾਊਗਾ, कभी भी मेरे हक च नहीं जाऊगा। जी गुणी प्रकाश जी, आपने सुन ही लिया होगा, असल में अभी तो एसकेएम की मीटिंग होनी है, उसी के बाद फैसला लिया जाएगा, लेकिन वो अपने तौर से कह रहे हैं कि इसमें बहुत सारे क्वेश्चन मार्क हैं। नहीं, मेरा विजयपाल जी, मेरा एक सवाल है, अभी इसी तरह कृषि कानून पे भी इन्होंने, मान लो कोई भी चीज टेबल पे तैयार होगी ना, तर्क वितर्क होगा। अगर नीति आयोग की आप बात करो, नीति आयोग हमारा ये शुरू से कहना है कि किसानों की बात सुनी जाए। अब सरकार अगर कमेटी बना के बात सुनने के लिए तैयार है, अब पहले ही उसका फैसला दे रहे हैं कि ये तो सुनी नहीं जानी चाहिए। मैं कह रहा है कि हमने उस कमेटी में जाके किसान हित में, किसानों के फेवर में अपनी बात रखनी चाहिए। उसमें चाहे एमएसपी की बात हो, कृषि सुधार की बात हो, बाजार की बात है, मंडी की बात है। लेकिन अगर आप जाने से पहले ये कह देंगे भाई ये तो कमेटी हो ये बात, फिर सरकार क्यों मांग कर रही थी कि एमएसपी पे कमेटी क्यों नहीं बनाते, बात क्यों नहीं चलाते? तो मेरा ये कहना है डॉक्टर साहब, आदरणीय डॉक्टर साहब से, किसान मोर्चा से, आप कम से कम वार्ता में तो आओ, अपनी बात तो रखें हम किसानों के। अब मान लो वो तो अभी मीटिंग होगी और मीटिंग में विचारेंगे। अच्छा गुणी प्रसाद जी, एक बात जो डॉक्टर साहब कर रहे हैं, मैं उसी फैसला दे दिया। एक सेकंड आप मेरी बात सुन लीजिए। मैं सवाल पूछ रहा हूं आपसे, मैं आपसे सवाल पूछ रहा हूं। एक सेकंड गुणी प्रकाश जी, जो बात डॉक्टर दर्शन पाल कर रहे हैं कि हमारी मांग ये है, चलो अगर आपने बाकी चीजों को लेकर भी इंक्लूड करके बनाई है, लेकिन एमएसपी को लेकर उनकी मांग ये है कि एक लीगल गारंटी दी जाए, एक लीगल गारंटी पे विचार करने के लिए वो कमेटी हो। क्या आप उस मांग से सहमत है कि लीगल गारंटी होनी चाहिए एमएसपी पे? नहीं, मैं ये कह रहा, अब सुनो साहब, कमेटी बनने से पहले मैं कोई फतवा जारी नहीं करना चाहता। कमेटी में बैठ के इन सारे तथ्यों पे बातचीत करेंगे हम, और उसके बाद ही कोई बात आएगी। वो तो डॉक्टर साहब ने जैसे फैसला दे दिया, फतवा दे दिया, मैं फतवा देने के हक में नहीं हूं। हम अपने तर्क रखेंगे, मजबूती से रखेंगे। भाई किसान को लूटा ना जाए, किसान को बाजार में जगह मिले, किसान की खरीद की व्यवस्था हो, ये सारी बातें हम वहाँ कमेटी में रखेंगे। तभी ये कानून में फतवा, जैसे डॉक्टर साहब ने कह दिया हम तो हमारी मर्जी, हम जाएंगे ना जाए, पहले इन्होंने रिजेक्ट कर दिया। बिना चर्चा के, बिना हम अपने तर्क रखेंगे, जो भी एमएसपी की बात है, किसान सुधार की बात है, उनमें सारे में बात रखेंगे। हम भी तो किसानों के प्रतिनिधि करते हैं, पूरे 26 देशों में हमारी केसीसी है, किसान समन्वय समिति है, सारे के आके हम अपनी बात रखेंगे, आप भी अपनी बात रखेंगे, हम सारे मिलके उसका समाधान निकालेंगे। और शुरू से ही आप डिग्री दे देंगे कि ना जी ना, पहले लिख के दो, लीगल हो जाएगी। तो लीगल बनाने के लिए तो कमेटी बनी है।
ਚਲੋ ਜਵਾਬ ਦੇ ਲੈਣ ਦਿਓ, ਜਵਾਬ ਦੇ ਲੈਣ ਦਿਓ। ਮੈਂ ਤਾਂ ਡਾਕਟਰ ਸਾਹਿਬ ਦੀ ਗੱਲ ਦੱਸੀ ਆ, ਉਹ ਕੀ ਕਹਿ ਰਹੇ ਜੀ ਡਾਕटर साहब। विजयपाल जी देखिए, ये अगर आप थोड़ा डीपली देखिएगा जी तो ये कमेटी जो है, जिस तरह की कमेटी की फॉर्मेशन नंबर 1, जो इसको काम दिया गया है, अब देखिए काम क्या है, ये कमेटी सजेशंस देगी गवर्नमेंट को। ठीक है, मेरा ये है कि हमारा यही पहला पॉइंट था कि कमेटी जो है उसकी, चलो फॉर्मेशन में तो गड़बड़ की है, कमेटी के राइट्स जो हैं जी वो भी इट्स जस्ट सजेस्टिव कमेटी। तो ये कमेटी बना, बल्कि गवर्नमेंट, जो गवर्नमेंट के अधिकारी और गवर्नमेंट जो ऑलरेडी एक पॉलिसी बना के चल रही है, आप उसमें सजेशन ही दोगे, कोई उसकी कोई वैल्यू ही नहीं होगी, तो वो सजेशन देने जाने का मतलब क्या है, मुझे नहीं समझाता। वो तीनों नुक्ते जो लिखे हैं इन्होंने, फैसला तो सरकार ही लेती है अल्टीमेटली। डॉक्टर साहब मेरा सवाल यह है कि फैसले तो अल्टीमेटली सरकार ही लेंदी है, ਜਿਹੜੀਆਂ ਕਮੇਟੀਆਂ ਬਣਦੀਆਂ ਉਹਨਾਂ ਦੀ ਇੱਕ ਸਿੰਪਲ ਰਿਕਮੈਂਡੇਸ਼ਨ ਹੁੰਦੀ ਹੈ, ਚਾਹੇ ਕੋਈ ਵੀ ਮੈਂਬਰ ਹੋਣ, ਕਮੇਟੀ 'ਚ ਫੈਸਲਾ ਤਾਂ ਨਹੀਂ ਲਿਆ ਜਾਂਦਾ। नहीं ਉਹ ਨਹੀਂ, ਕੇਵਲ ਰਿਕਮੈਂਡੇਟਰੀ ਕਮੇਟੀ ਨਹੀਂ, ਉਹਦੇ 'ਚ ਹੁੰਦਾ ਕਿ ਰਿਕਮੈਂਡੇਟਰੀ ਸਰਕਾਰ ਲਈ ਬਾਈਂਡਿੰਗ ਹੋਊਗੀ। ਇਹੀ ਤਾਂ ਟਰਮਸ ਆਫ ਰੈਫਰੈਂਸ ਹੋਣੀਆਂ ਚਾਹੀਦੀਆਂ ਨੇ। ਨਹੀਂ ਪਰ ਅੱਜ ਤੱਕ ਜਿੰਨੀਆਂ ਆਮ ਕਮੇਟੀਆਂ ਬਣਦੀਆਂ ਨੇ ਜਾਂ ਆਪਾਂ ਸਟੇਟ ਲੈਵਲ ਤੇ ਵੀ ਦੇਖਦੇ ਆ, ਉਹਦੀ ਬਾਈਂਡਿੰਗ ਤਾਂ ਨਹੀਂ ਹੁੰਦੀ। ਉਹਦੇ ਚੋਂ ਸਰਕਾਰ ਤੇ ਡਿਪੈਂਡ ਕਰਦਾ ਹੈ ਕਿ ਸਰਕਾਰ ਆਪਣੇ ਰਿਸੋਰਸਿਸ ਦੇ ਮੁਤਾਬਕ। ਸਾਡਾ ਇਹ ਡਿਮਾਂਡ ਸੀ ਕਿ ਕਮੇਟੀ ਅਗਰ ਇਸ ਕਿਸਮ ਦੀ ਬਣਦੀ ਹੈ ਜਿਹਦੇ ਜੋ ਅਸੀਂ ਟਰਮਸ ਆਫ ਰੈਫਰੈਂਸ ਦਿੱਤੀਆਂ ਸੀ, ਸਾਡਾ ਇਹ ਸੀ ਕਿ ਸਰਕਾਰ, ਕਿਉਂਕਿ ਸਰਕਾਰ ਤਾਂ ਅਸਲ 'ਚ ਖੇਡ ਖੇਡੀ ਜਾਊਗੀ ਫਿਰ, ਬਲਕਿ ਪਹਿਲਾਂ ਤਾਂ ਉਸ ਕਿਸਮ ਦੀ ਕਮੇਟੀ ਨੂੰ ਪੈਂਡਿੰਗ ਰੱਖਿਆ, ਫਿਰ ਜੋ ਬਣਾਈ ਉਹ ਵੀ ਜਿਵੇਂ ਕਹਿੰਦੇ ਨੇ ਵੀ ਉਹ ਕਮੇਟੀ ਦੇ ਵਿੱਚ ਜੋ ਮੈਂਬਰ ਲਏ ਨੇ, ਇਹਨਾਂ ਦਾ 20-25 ਮੈਂਬਰ ਨੇ ਜਿਹੜੇ ਬਹੁਤੇ ਹੀ ਇਹਨਾਂ ਦੇ ਆਪਣੇ ਬੰਦੇ ਨੇ, ਉਹ ਗਿਣ ਲਓ ਤੁਸੀਂ, ਇੰਨੇ ਜ਼ਿਆਦਾ ਨੇ। ਫਿਰ ਉਸ ਤੋਂ ਬਾਅਦ ਜੋ MSP ਦੇ ਵਾਸਤੇ ਵੀ ਬਿਲਕੁਲ ਇੱਕ ਡਾਇਲੂਟਡ ਫਾਰਮ ਦੇ ਵਿੱਚ ਸੁਜੈਸ਼ਨ ਮੰਗੇ ਨੇ। ਚਲੋ ਮੇਰੀ ਆਪਣੀ ਰਾਏ ਮੈਂ ਦੱਸਤੀ ਤੁਹਾਨੂੰ, ਮੇਰੀ ਆਪਣੀ ਰਾਏ। ਬਾਕੀ SKM ਦੀ ਜੋ ਬॉडी ਦੀ ਮੀਟਿੰਗ ਅੱਜ ਰਾਤ ਹੁੰਦੀ ਹੈ ਜਾਂ ਕੱਲ ਹੁੰਦੀ ਹੈ, ਅਸੀਂ ਇਮੀਡੀਏਟਲੀ ਤੇ ਗੱਲ ਕਰਾਂਗੇ। ठीक है। तो जी गुनी प्रकाश जी कुछ कहना चाह रहे हैं? हाँ जी। हाँ जी, मेरा ये कहना है, डॉक्टर साहब कह रहे हैं कि कृषि मूल्य आयोग MSP पे सिफारिश करती है सरकार पे, वो भी तो सिफारिश ही करती है। ये जो कमेटी बनेगी वो भी तो सिफारिश करेगी सरकार को। हाँ जी, नहीं वो तो वही तो गलत है ना, जो CACP है उसको भी, वो भी रिकमेंडरी बॉडी है, तभी इम्प्लीमेंट नहीं होता। पंजाब सरकार 3400 रुपया गेहूं का बोल के भेजती है, CACP उसको और कम कर देता है। जो CACP कहता है गवर्नमेंट उसको भी नहीं मानती, वो भी कम कर देती है उससे। तो ये कहीं तो कहीं एक हद को प्रोपोर्शनेटली जो रिकमेंडेशन है वो किसी तरह से बाइंडिंग, किस तरह से बाइंडिंग होगी फिर वो। पर कमेटियां तो डॉक्टर साहब देखो ये चीज है, जिन्नियां भी बढ़दियां ने या पिछले समय च जिन्नियां भी बढ़ियां ने। एक मिनट गुनी प्रसाद जी, एक मिनट मैनू एक मिनट गल कर लैन दिओ। बेसिकली जिन्नियां भी डॉक्टर साहब कमेटियां बनदियां ने ਉਹ ਹੁੰਦੀਆਂ ਤੇ ਸਿਫਾਰਿਸ਼, ਮੇਰਾ ਤਜਰਬਾ ਹੈ ਜਾਂ ਮੈਂ ਜਾਣਦਾ ਕਿ ਕਮੇਟੀਆਂ ਤੇ ਹੁੰਦੀਆਂ ਤੇ ਸਿਫਾਰਿਸ਼ ਵਾਸਤੇ ਹੀ ਹੈ, ਬਾਈਂਡਿੰਗ ਤੇ ਕਦੇ ਕਿਸੇ ਕਮੇਟੀ ਦੀ ਵੀ ਨਹੀਂ ਰਹੀ, ਚਾਹੇ ਕੋਈ ਵੀ ਆਯੋਗ ਹੋਵੇ, ਕੋਈ ਵੀ ਕਮੇਟੀ ਹੋਵੇ, ਸਟੇਟ ਗਵਰਨਮੈਂਟ ਨੂੰ ਵੀ ਦਿੰਦੀਆਂ ਨੇ। ਪਰ ਹਾਂ ਇਹ ਜ਼ਰੂਰ ਹੈ ਵੀ ਉਸ ਦੇ ਵਿੱਚ ਟਰਮਸ ਐਂਡ ਕੰਡੀਸ਼ਨਸ ਵੱਖਰੀਆਂ ਹੋ ਸਕਦੀਆਂ। ਚਲੋ ਠੀਕ ਹੈ ਗੁਣੀ ਪ੍ਰਕਾਸ਼ ਜੀ ਡਾਕਟਰ ਸਾਹਿਬ ਆਗੇ ਇਹਨਾਂ ਨੇ CACP ਬਾਰੇ ਇੱਕ ਗੱਲ ਲਿਖੀ ਹੈ। ਹਾਂਜੀ, suggestion on practically to give more autonomy to Commission on Agriculture Cost and Price Commission ਜੀ and make it a more scientific। ਇਹ ਤਾਂ ਹੀ ਇਹ ਹੈ ਕਿ CACP already ineffective ਹੈ। CACP ਦੇ more rights ਬਣਨੇ ਚਾਹੀਦੇ ਨੇ ਕਿਸੇ ਵੀ ਕਮੇਟੀ। ਚਲੋ ਮੈਂ ਕਹਿ ਰਿਹਾ ਕਿ ਉਹ ਉਸ ਕਿਸਮ ਦੀ ਸਟੈਚੂਟਰੀ ਬॉडी ਨਹੀਂ, ਲੇਕਿਨ ਕੁਝ ਜੋ ਬਣਦੀਆਂ ਨੇ, ਇਸੇ ਕਰਕੇ ਲੋਕ ਕਮੇਟੀਆਂ ਦਾ ਵਿਸ਼ਵਾਸ ਵੀ ਚੁੱਕੀ ਫਿਰਦੇ ਨਾ। 20 ਕਮੇਟੀਆਂ ਬਣਦੀਆਂ ਨੇ, ਉਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਮਿੱਟੀ ਝਾੜਦੇ ਲੋਕ ਰਹਿ ਜਾਂਦੇ ਨੇ ਜੀ। ਇਸੇ ਕਰਕੇ ਕਮੇਟੀਆਂ ਤੋਂ ਵਿਸ਼ਵਾਸ ਵੀ ਉੱਠੇ ਲੋਕਾਂ ਦੇ।